वाहिगुरू जी का खालसा वाहिगुरू जी की फतेह। मेरा नाम मनदीप कौर है, मैं लुधियाने शहर तो हाँ। अज आ जिंदगी मेरे लिए बहुत अहमियत रखती है, जो मैनू अज आ रूप मिलिया। ब्रह्म ज्ञानी के नाही अभिमान, ब्रह्म ज्ञानी ऊंच ते ऊंचा मन अपने, ब्रह्म ज्ञानी सगल के रीना आत्म रस, ब्रह्म ज्ञानी जीना, ब्रह्म ज्ञानी की सब परमया नान, ब्रह्म ज्ञानी का ब्रह्म ध्यान। महाराज दी करामात ही कह लो जां कुछ भी कह लो कि मैनू ये रूप बख्शिया। पहला ये रूप अमृत दी दात लैण तो बाद पहला ये मैनू इस तरह लगता सी कि मेरे नाल की हो गया, क्योंकि मैं रोमां दी बेअदबी नहीं कर सकती सी, मैं अपना चेहरा ढक के रखती सी। मैं अपने परिवार दे विच अपने वीरे नाल, अपने भरजाई नाल, फिर माता जी नाल रह रही हाँ। एक गुरसिੱਖੀ जीवन असी सारे बतीत करते हैं। ते मैं अपने वीर जी नाल यानी हत्थ वटाउणी आ, उन्हां दे नाल काम ते गड्डी भी लेके जाईदी आ। जो मेरे नाल अज मोढे नाल मोढा ला के मेरे नाल तुरदी है ਅਤੇ मेरे सारे घर के काम मेरे नाल बनाउंदी है। वाहिगुरू जी का खालसा वाहिगुरू जी की फतेह। मेरा नाम मनदीप कौर है, मैं लुधियाने शहर तो हाँ। अज तुहाडे सामने इस करके पेश होई हाँ क्योंकि अज बहुत भैणां ने जो अपने सिੱਖੀ धर्म दे विच अमृत पान करन तो बाद भी केसां दी बेअदबी करवा रही ने, मेकअप वाल ज़्यादा ध्यान दे रही ने। महाराज दी करामात ही कह लो जां कुछ भी कह लो कि मैनू ये रूप बख्शिया। पहला ये रूप अमृत की दात लैण तो बाद पहला ये मैनू इस तरह लगता सी कि मेरे नाल की हो गया, क्योंकि मैं रोमां दी बेअदबी नहीं कर सकती सी, मैं अपना चेहरा ढक के रखती सी। पर गुरु घर जाण तो बाद जदों एक बीबी ने मेरे इस रूप नूं सलाया ते प्रशंसा की कि कितना सोहना स्वरूप बख्शिया, उस दिन तो मैं अपना चेहरा ढकना बंद कर दिता। ते अज मैं जिथे भी जानी हाँ मैनू अपने इस स्वरूप दे उत्ते माण है। बहुत वीर ने जो अपने सिख धर्म तो कराहे पै के केसां दी बेअदबी कर रहे ने जां लच्चरता वाल जा रहे ने, मैं उन्हां नूं कहना चाहुंदी हाँ कि सिੱਖੀ स्वरूप विच वापस आवो अते इस रूप नूं प्यार करो। अमृत दी दात लैण तो पहला मैं भी इस तरह भुल्ली हुई सी कि ये आनंद की है, पर जदों संगत दा प्यार मिलिया, संगत दा प्यार मिलन तो बाद पता लग्या कि हाँ कि असी किवें परमात्मा नूं मिलना। मैं अपने 3 साल ब्रह्म ज्ञान केंद्र यूनीवर्सिटी मोगा विखे ला चुकी हाँ।
ਜਿੱਥੇ ਮੈਨੂੰ ਪਤਾ ਲੱਗਿਆ ਕਿ ਅਸੀਂ ਆਪਣਾ ਕਿਵੇਂ ਜੀਵਨ ਜੀਣਾ ਹੈ। ਅਸੀਂ ਭੁੱਲੇ ਹੋਏ ਫਿਰ ਰਹੇ ਹਾਂ ਕਿ ਅਸੀਂ ਪ੍ਰਮਾਤਮਾ ਦੇ ਨਾਲ ਕਿਵੇਂ ਮਿਲਣਾ ਹੈ। ਮਹਾਰਾਜ ਕਹਿ ਰਹੇ ਨੇ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਅਸੀਂ ਆਪਣਾ ਜੀਵਨ ਅਜਾਈ ਹੀ ਜਾ ਰਹੇ ਹਾਂ। ਅੱਜ ਉਹਨਾਂ ਦੇ ਸਦਕਾ ਹੀ ਆਪਣੇ ਜੀਵਨ ਜੀਣ ਦਾ ਢੰਗ ਸਾਨੂੰ ਪਤਾ ਲੱਗਿਆ। 2012 ਦੇ ਵਿੱਚ ਮੇਰਾ ਵਿਆਹ ਹੋਇਆ ਤੇ ਮੇਰੇ ਹਲਕੇ ਹਲਕੇ ਵਾਲ ਆਉਂਦੇ ਸੀ ਤੇ ਮੇਰੇ ਹਸਬੈਂਡ ਨੇ ਮੈਨੂੰ ਇਸੇ ਕਰਕੇ ਨਕਾਰਿਆ ਕਿ ਅੱਗੇ ਬੱਚਿਆਂ ਦੇ ਆਉਣਗੇ। ਤੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਮੈਨੂੰ ਆਪਣੇ ਕੋਲੇ ਮੇਰੇ ਪੇਕੇ ਘਰ ਵਿੱਚ ਲੈ ਜਾਂਦਾ ਤੇ 1 ਸਾਲ ਬਾਅਦ ਉਹਨਾਂ ਦੇ ਕਹਿਣ ਦੇ ਉੱਤੇ ਕਿ ਵੀ ਆਪਣਾ ਅੰਮ੍ਰਿਤ ਦੀ ਦਾਤ ਲਓ। ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਜਾਨੀ ਅੱਜ ਮੈਂ ਇਸ ਰੂਪ ਦੇ ਵਿੱਚ ਹਾਂ। ਮਹਾਰਾਜ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਨਕਾਰਿਆ ਪਰ ਮੈਂ ਇਸ ਚੀਜ਼ ਨੂੰ ਅਪਣਾਇਆ। ਇਸੇ ਰੂਪ ਨੂੰ ਮੈਨੂੰ ਕਰਕੇ ਮੈਨੂੰ ਅੱਜ ਪਿਆਰ ਮਿਲ ਰਿਹਾ। ਅੱਜ ਕਥਾ ਕੀਰਤਨ ਘਰ ਦੇ ਵਿੱਚ ਪਿਆਰ। ਅੱਜ ਆਪਣੇ ਬ੍ਰਦਰ ਦੇ ਨਾਲ ਮੈਂ ਹੱਥ ਵਟਾਉਣੇ ਆ ਕੰਮ ਦੇ ਵਿੱਚ। ਗੱਡੀ ਚਲਾ ਲਈ ਦੀ ਆਪਾਂ, ਸੋਫੇ ਤੱਕ ਵੀ ਆਪਾਂ ਫਰਨੀਚਰ ਦਾ ਸਾਰਾ ਕੰਮ ਕਰ ਲਈਦਾ। ਤੇ ਅੱਜ ਆਹ ਜ਼ਿੰਦਗੀ ਮੇਰੇ ਲਈ ਬਹੁਤ ਅਹਿਮੀਅਤ ਰੱਖਦੀ ਹੈ। ਜੋ ਮੈਨੂੰ ਅੱਜ ਆਹ ਰੂਪ ਮਿਲਿਆ, ਅਗਲੇ ਲਈ ਦੂਸਰੇ ਬੰਦੇ ਲਈ ਵੀ ਮੈਂ ਪ੍ਰੇਰਨਾ ਬਣ ਰਹੀ ਹਾਂ। ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਮੈਂ ਲੜਕੀ ਹਾਂ ਤੇ ਅੱਜ ਮੇਰਾ ਇਹ ਰੂਪ ਮੇਰੇ ਲਈ ਇੱਕ ਵਰਦਾਨ ਕਹਿ ਲਈਏ ਕਿ ਜਿਸ ਕਰਕੇ ਮੈਂ ਅੱਜ ਤੁਹਾਡੇ ਦੇ ਵੀ ਸਾਹਮਣੇ ਰੂਬਰੂ ਹੋ ਰਹੀ ਹਾਂ। ਤੇ ਮੈਂ ਆਪਣੇ ਵੀਰ ਜੀ ਨਾਲ ਯਾਨੀ ਹੱਥ ਵਟਾਉਣੀ ਆ। ਉਹਨਾਂ ਦੇ ਨਾਲ ਕੰਮ ਤੇ ਗੱਡੀ ਵੀ ਲੈ ਕੇ ਜਾਈਦੀ ਆ। ਮੇਰੀ ਮਾਤਾ ਜੀ, ਮੇਰੇ ਭਾਬੀਆਂ, ਮੇਰੇ ਬੱਚੇ ਭਤੀਜੇ ਬਹੁਤ ਪਿਆਰ ਕਰਦੇ ਨੇ ਮੈਨੂੰ ਤੇ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ। ਮੇਰੇ ਵੀਰ ਜੀ ਮੈਨੂੰ ਇੱਕ ਭੈਣ ਨੇ ਆਪਣੇ ਭਰਾ ਦੇ ਤੌਰ ਦੇ ਉੱਤੇ ਦੇਖਦੇ। ਉਹਨਾਂ ਦੇ ਨਾਲ ਮੋਢਾ ਮਿਲਾ ਕੇ ਮੈਂ ਹਰ ਕੰਮ ਨਾਲ ਕਰਾਉਣੀ ਆ। ਚਾਹੇ ਫਰਨੀਚਰ ਆ, ਚਾਹੇ ਮੰਡੀ ਦਾ ਕੰਮ ਹੋਵੇ, ਚਾਹੇ ਗੱਡੀ ਚਲਾਉਣੀ ਆ, ਚਾਹੇ ਕਿਤੇ ਵੀ ਕੋਈ ਵੀ ਸਮਾਨ ਲੈ ਕੇ ਆਉਣਾ ਜਾਣਾ, ਤੇ ਉਹ ਚੀਜ਼ ਮੈਂ ਕਰਦੀ ਹਾਂ। ਗੁਰਦੁਆਰਾ ਪ੍ਰਭ ਮਿਲਨੇ ਕਾ ਚਾਓ ਵਿਖੇ ਰਹਿ ਕੇ ਕਥਾ ਕੀਰਤਨ ਯਾਨੀ ਉੱਥੇ ਸਿਖਲਾਈ ਲਈ ਆਪਾਂ। ਤੇ ਉੱਥੇ ਪਤਾ ਲੱਗਿਆ ਕਿ ਜੀਵਨ ਜਾਂਚ ਅਸਲੀ ਕੀ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਤੇ ਆਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ। ਤੇ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਆਪਾਂ ਢਾਲਣਾ ਵਾ। ਪਹਿਲਾਂ ਉੱਠ ਕੇ ਆਪਾਂ ਸਿਮਰਨ ਕਰਨਾ, ਅਭਿਆਸ ਕਰਨਾ, ਫਿਰ ਤੁਰਦੇ ਫਿਰਦੇ ਅਸੀਂ ਮਹਾਰਾਜ ਦੀ ਯਾਦ ਦੇ ਵਿੱਚ ਅਸੀਂ ਵਿਚਰਦੇ ਰਹਿਣਾ ਤਾਂ ਕਿ ਸਾਡਾ ਜੋ ਸੰਸਾਰ ਦੇ ਵਿੱਚ ਆਉਣਾ ਵਾ ਉਹ ਸਫਲ ਹੋ ਸਕੇ। ਤੇ ਅਸੀਂ ਉਹਦੇ ਹੁਕਮ ਦੇ ਵਿੱਚ ਜਦੋਂ ਆ ਗਏ, ਅਸੀਂ ਹੁਕਮ ਤੋਂ ਆਕੀ ਰਵਾਂਗੇ ਤਾਂ ਅਸੀਂ ਦੁੱਖ ਪਾਵਾਂਗੇ। ਅਗਰ ਅਸੀਂ ਉਹਦੇ ਹੁਕਮ ਵਿੱਚ ਆ ਗਏ ਤਾਂ ਅਸੀਂ ਸਦਾ ਸੁਖੀ ਹਾਂ। ਸਾਡੇ ਲੋਕ ਪਰਲੋਕ ਸਾਡਾ ਸਹਾਈ ਆ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1 ਤੋਂ ਲੈ ਕੇ 1430 ਪੰਨੇ ਤੱਕ ਸਾਡੀ ਅਗਵਾਈ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ ਕਿ ਅਸੀਂ ਪਰਮਾਤਮਾ ਦੇ ਨਾਲ ਕਿਵੇਂ ਮੇਲ ਕਰਨਾ। ਤੇ ਅਸੀਂ ਹੁਣ ਕਿੰਨੇ ਯੁੱਗ ਹੋ ਚੁੱਕੇ ਨੇ ਸਾਨੂੰ ਕਿ ਅਸੀਂ ਵਿਛੜੇ ਹੋਏ ਆ। ਇਹ ਵਿਛੜਨ ਤੋਂ ਲੈ ਕੇ ਮਿਲਾਪ ਦਾ ਸਾਰਾ ਰਸਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਦਰਸਾ ਰਹੇ ਨੇ। ਤੇ ਜੇ ਅਸੀਂ ਬਾਣੀ ਪੜਾਂਗੇ, ਬਾਣੀ ਪੜ੍ਹ ਕੇ ਅਸੀਂ ਬਾਣੇ ਦੇ ਧਾਰਨੀ ਹੋਵਾਂਗੇ ਤਾਂ ਹੀ ਸਾਡਾ ਜੀਵਨ ਸਫਲਾ ਹੋਵੇਗਾ। ਸਾਨੂੰ ਪਤਾ ਹੋਵੇਗਾ ਕਿ ਅਸੀਂ ਆਏ ਕਿੱਥੋਂ ਆ। ਮਹਾਰਾਜ ਬਾਣੀ ਵਿੱਚ ਆਪਾਂ ਨੂੰ ਫਰਮਾਉਂਦੇ ਨੇ ਕਿ ਆਪਣੇ ਆਪ ਨੂੰ ਪਛਾਣੋ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੱਥੇ ਜਾਣਾ। ਇਹ ਸਾਰਾ ਜਦੋਂ ਅਸੀਂ ਸੰਗਤ ਕਰਾਂਗੇ ਸਾਨੂੰ ਤਾਂ ਹੀ ਗਿਆਨ ਆਉਣਾ। ਤੇ ਆਪਣੇ ਰੂਪ ਨੂੰ ਪਿਆਰ ਕਰੋ ਜਿੱਦਾਂ ਦਾ ਮਹਾਰਾਜ ਨੇ ਸਾਨੂੰ ਸੰਸਾਰ ਦੇ ਵਿੱਚ ਬਣਾ ਕੇ ਭੇਜਿਆ। ਤੇ ਅਸੀਂ ਉਹਦੇ ਵਿੱਚ ਭੰਗਣਾ ਨਾ ਪਾਈਏ, ਅਸੀਂ ਉਹਨੂੰ ਕੱਟੀਏ ਨਾ। ਜੇ ਅਸੀਂ ਕੱਟਾਂਗੇ ਤਾਂ ਅਸੀਂ ਉਹਦੇ ਹੁਕਮ ਤੋਂ ਆਕੀ ਆ, ਕਿਉਂਕਿ ਜਿੱਦਾਂ ਦਾ ਮਹਾਰਾਜ ਨੇ ਸਾਨੂੰ ਬਣਾਇਆ ਅਸੀਂ ਸੋਹਣੇ ਆ। ਜੇ ਅਸੀਂ ਆਪਣੀ ਮੱਤ ਵਰਤਾਂਗੇ ਤਾਂ ਅਸੀਂ ਸੋਹਣੇ ਨਹੀਂ ਲੱਗਾਂਗੇ। ਤਾਂ ਆਪਣਾ ਰੂਪ ਵਿਗਾੜਨ ਦੀ ਬਜਾਏ ਜੇ ਅਸੀਂ ਆਪਣਾ ਰੂਪ ਸਵਾਰੀਏ, ਉਹਦੇ ਹੁਕਮ ਦੇ ਵਿੱਚ ਆਈਏ ਤਾਂ ਉਹ ਸਭ ਤੋਂ ਵਧੀਆ। ਇਹਦੇ ਵਿੱਚ ਸਾਨੂੰ ਤਾਂ ਖੁਸ਼ੀ ਮਿਲਣੀ ਹੈ ਜੇ ਸਾਡਾ ਪਿਓ, ਸਾਡਾ ਗੁਰੂ ਜੀ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਵਾ, ਜੇ ਉਹ ਖੁਸ਼ ਆ। ਆਪਾਂ ਜਿੱਥੇ ਵੀ ਜਾਈਦਾ ਸਾਰੇ ਮੇਰੇ ਰੂਪ ਨੂੰ ਪਿਆਰ ਕਰਦੇ ਨੇ। ਜਿੱਥੇ ਵੀ ਵਿਚਰੀ ਦਾ ਸਾਰੇ ਸਤਿਕਾਰ ਕਰਦੇ ਨੇ ਤੇ ਹੈਰਾਨ ਵੀ ਹੁੰਦੇ ਨੇ। ਉਹਦੀ ਕੁਦਰਤ ਬੇਅੰਤ ਹੈ, ਉਹ ਕੁਝ ਵੀ ਕਰ ਸਕਦਾ। ਮਹਾਰਾਜ ਇਹ ਫਰਮਾਉਣਾ ਕਰਦੇ ਨੇ ਕਿ ਉਹ ਨਰ ਨੂੰ ਮਾਦਾ ਤੇ ਮਾਦਾ ਨੂੰ ਨਰ ਬਣਾਉਣ ਦੀ ਯਾਨੀ ਕਾਬਲੀਅਤ ਰੱਖਦੇ ਆ। ਉਹ ਕੁਝ ਵੀ ਕਰ ਸਕਦੇ ਆ। ਇਸ ਸਾਰੇ ਕਾਸੇ ਦਾ ਸਿਹਰਾ ਮੈਂ ਆਪਣੇ ਵੀਰਾਂ ਨੂੰ ਦੇਣਾ ਚਾਹੁੰਦੀ ਹਾਂ। ਮੇਰੀ ਬਹੁਤ ਸਪੋਰਟ ਕਰਦੇ ਆ। ਜ਼ਿੰਦਗੀ ਬਹੁਤ ਸੋਹਣੀ ਬਤੀਤ ਹੋ ਰਹੀ ਹੈ ਤੇ ਮਹਾਰਾਜ ਅੱਗੇ ਵੀ ਇਸੇ ਤਰ੍ਹਾਂ ਕਿਰਪਾ ਰੱਖਣ, ਆਪਣੀ ਮੇਰੇ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਨਦੀਪ ਮੇਰੀ ਭੈਣ ਜੋ ਮੇਰੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਤੁਰਦੀ ਹੈ ਅਤੇ ਮੇਰੇ ਸਾਰੇ ਘਰ ਦੇ ਕੰਮ ਮੇਰੇ ਨਾਲ ਬਣਾਉਂਦੀ ਹੈ। ਅਤੇ ਜਿਵੇਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਵੀ ਭਰਾਵਾਂ ਵਾਲੀ ਕਮੀ, ਭੈਣ ਵਾਲੀ ਕਮੀ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ। ਮੋਟਰਸਾਈਕਲ ਚਲਾਉਣਾ ਉਸਦਾ, ਗੱਡੀ ਚਲਾਉਣੀ ਅਤੇ ਹੋਰ ਬਹੁਤ ਇਹੋ ਜਿਹੇ ਘਰ ਦੇ ਕੰਮ ਨੇ ਜੋ ਮੇਰੇ ਨਾਲ ਹੱਥ ਵਟਾਉਂਦੀ ਹੈ। ਅਤੇ ਮੈਂ ਵੀ ਇਹਨੂੰ ਕਦੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਕਿਸੇ ਵੀ ਚੀਜ਼ ਦੀ। ਹਰ ਵਾਰ ਇਹਨੂੰ ਬਸ ਮੈਂ ਹੌਸਲਾ ਹੀ ਦਿੱਤਾ ਹੈ ਵੀ ਮਨਦੀਪ ਤੂੰ ਇਹ ਕਰ ਸਕਦੀ ਹੈ, ਇਹ ਤੂੰ ਕਰ ਸਕਦੀ ਹੈ, ਮੈਂ ਤੇਰੇ ਨਾਲ ਹਾਂ। ਅਗਰ ਕੋਈ ਵੀ ਤੈਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਮੈਂ ਤੇਰੇ ਨਾਲ ਖੜਾ ਹਾਂ ਭਰਾ। ਅਤੇ ਜੋ ਇਹਨੇ ਜੀਵਨ ਦੀ ਸੋਝੀ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਅਤੇ ਬ੍ਰਹਮ ਗਿਆਨ ਕੇਂਦਰ ਯੂਨੀਵਰਸਿਟੀ ਮੋਗੇ ਦੇ ਵਿੱਚ 4 ਸਾਲ ਇਹਨੇ ਲਾਏ ਪ੍ਰਭ ਮਿਲਨੇ ਕਾ ਚਾਓ। ਸੋ ਇਹਨੂੰ ਗਿਆਨ ਵੀ ਹੈ ਅਤੇ ਸਮੱਤ ਵੀ ਹੈ ਅਤੇ ਹਰ ਵਾਰ ਸਵਾਸ ਗ੍ਰਾਸ ਸਿਮਰਨ ਕਰਨਾ ਅਤੇ ਪਰਿਵਾਰ ਨੂੰ ਜੋੜੀ ਰੱਖਣਾ ਇਹਦਾ ਮੁੱਢਲਾ ਫਰਜ਼ ਬਣਿਆ ਹੈ। ਅਤੇ ਮੈਂ ਇਹੀ ਕਹਿੰਦਾ ਹੈ ਵੀ ਇਹ ਮੇਰੀ ਭੈਣ ਨਹੀਂ, ਇਹ ਮੇਰਾ ਭਰਾ ਹੈ। ਮੈਨੂੰ ਬਹੁਤ ਬਹੁਤ ਮਾਣ ਹੈ ਆਪਣੇ 'ਤੇ ਵੀ ਮੈਂ ਇਸ ਮਨਦੀਪ ਦਾ ਭਰਾ ਹਾਂ। ਅਤੇ ਕਦੇ ਵੀ ਮੈਨੂੰ ਕਿਤੇ ਮੇਰਾ ਹੌਸਲਾ ਟੁੱਟਦਾ ਹੈ ਜਾਂ ਕਿਤੇ ਮੈਨੂੰ ਕੋਈ ਪਰੇਸ਼ਾਨੀ ਆਉਂਦੀ ਆ, ਮੈਨੂੰ ਇਹਨੇ ਬਹੁਤ ਹੌਸਲਾ ਦੇਣਾ, ਮੇਰੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਸਾਥ ਦੇਣਾ। ਅਤੇ ਮੈਂ ਆਪਣੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਹਾਂ। ਮੈਂ ਵੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਾਲ ਨਿਭਾ ਰਿਹਾ ਹਾਂ। ਮੈਂ ਵੀ ਪਹਿਲਾਂ ਸਿੱਖੀ ਸਰੂਪ ਤੋਂ ਆਉਣ ਤੋਂ ਪਹਿਲਾਂ ਮੈਂ ਅਣਜਾਣ ਸੀ, ਮੈਨੂੰ ਨਹੀਂ ਸੀ ਪਤਾ ਸਿੱਖੀ ਬਾਰੇ। ਅਤੇ ਜਦੋਂ ਮੈਨੂੰ ਸਿੱਖ ਇਤਿਹਾਸ ਦਾ ਪਤਾ ਲੱਗਿਆ ਅਤੇ ਮੈਂ ਸਿੱਖ ਇਤਿਹਾਸ ਦੇ ਪਤਾ ਹੋਣ ਤੋਂ ਬਾਅਦ ਅਤੇ ਮੈਂ ਦਾੜੀ ਕੇਸ ਕਟਾਉਂਦਾ ਸੀਗਾ ਅਤੇ ਮੋਨਾ ਸੀ, ਮੈਨੂੰ ਸਮੱਤ ਨਹੀਂ ਸੀ ਕਿਸੇ ਵੀ ਚੀਜ਼ ਦੀ। ਅਤੇ ਆਪਣੇ ਯਾਰਾਂ ਦੋਸਤਾਂ ਨਾਲ ਹੁੱਲੜਬਾਜ਼ੀਆਂ ਕਰਨੀਆਂ, ਲੜਨਾ, ਗਾਲੀ ਗਲੋਚ ਕਰਨਾ। ਅਤੇ ਮੈਨੂੰ ਨਹੀਂ ਸੀ ਪਤਾ ਵੀ ਸਿੱਖ ਧਰਮ ਇੱਕ ਸੋਝੀ ਵੀ ਦਿੰਦਾ ਹੈ, ਜੋ ਸੋਝੀ ਲੈ ਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਾਣਾ ਸਿੱਖੀ ਸਰੂਪ ਬਖਸ਼ਿਆ। ਸੇ ਮੈਂ ਇਹੀ ਬਾਣੇ ਦੇ ਨਾਲ ਅੱਜ ਸੰਸਾਰ ਦੇ ਵਿੱਚ ਮੇਰੀ ਸੋਭਾ, ਇੱਜ਼ਤ, ਮਾਣ ਬਣਿਆ ਹੋਇਆ ਹੈ। ਮੈਂ ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਇਹੀ ਕਹਿੰਦਾ ਤੁਸੀਂ ਆਪਣੇ ਸਿੱਖੀ ਸਰੂਪ ਨਾਲ ਜੁੜੋ। ਜਿਵੇਂ ਕਿ ਮੇਰੀ ਭੈਣ ਨੇ ਅੱਜ ਦਾੜਾ ਪ੍ਰਕਾਸ਼ ਕੀਤਾ ਹੈ, ਉਸਨੇ ਕਦੇ ਇਹ ਨਹੀਂ ਆਪਣੇ ਆਪ ਨੂੰ ਸ਼ਰਮ ਮੰਨੀ ਵੀ ਮੇਰੇ ਦਾੜੀ ਆਉਂਦੀ ਆ ਵੀ ਮੈਨੂੰ ਲੋਕ ਕੀ ਕਹਿਣਗੇ। ਨਹੀਂ, ਇਸ ਨੇ ਆਪਣੀ ਸੋਚ ਨੂੰ ਇੱਕ ਉੱਪਰਲਾ ਜੀਵਨ ਦਿੱਤਾ ਕਿ ਉਸ ਜੋ ਸੋਚ ਨੂੰ ਲੈ ਕੇ ਅੱਜ ਇਹ ਤੁਰੀ ਹੈ ਤਾਂ ਇਸ ਦਾ ਮਾਣ, ਸਨਮਾਨ, ਇੱਜ਼ਤ, ਬਹੁਤ ਪਿਆਰ ਮਿਲਦਾ ਹੈ। ਅਤੇ ਜਦੋਂ ਵੀ ਇਹਨੇ ਕਿਤੇ ਜਾਣਾ, ਰਾਸਤੇ ਦੇ ਵਿੱਚ ਮਿਲਣਾ ਤਾਂ ਕਈ ਗੁਰਮੁਖਾਂ ਨੂੰ ਜਾਂ ਭੈਣਾਂ ਨੂੰ ਐਂ ਲੱਗਣਾ ਵੀ ਕਿਤੇ ਇਹ ਲੜਕਾ ਹੀ ਜਾ ਰਿਹਾ ਹੈ। ਅਤੇ ਜਦੋਂ ਦੱਸਣਾ ਕਰਨਾ, ਮੇਰੇ ਨਾਲ ਜਾਣਾ ਤਾਂ ਇਹਨਾਂ ਨੂੰ ਬੜਾ ਮਹਿਸੂਸ ਹੁੰਦਾ ਯਾਰ ਮੈਂ ਕਹਿਣਾ ਵੀ ਇਹ ਮੇਰੀ ਸਿਸਟਰ ਆ। ਅਤੇ ਪਹਿਲਾਂ ਤਾਂ ਚੌਕਾ ਲੱਗ ਜਾਣਾ ਵੀ ਤੁਸੀਂ ਝੂਠ ਬੋਲਦੇ ਹੋ। ਅਤੇ ਜਦੋਂ ਇਹਨੇ ਆਪਣੀ ਆਵਾਜ਼ ਦੇ ਵਿੱਚ ਗੱਲ ਕਰਨੀ ਜਾਂ ਉਸ ਸਿਦਕ ਦੇ ਨਾਲ ਗੱਲ ਕਰਨੀ ਤਾਂ ਬੜਾ ਜਾਣੀ ਕਿ ਦੂਸਰਿਆਂ ਨੂੰ ਵੀ ਇਸ ਚੀਜ਼ ਦਾ ਉਹ ਹੌਸਲਾ ਮਿਲਦਾ ਸੀਗਾ ਵੀ ਹਾਂ ਵਾਕਈ ਕੋਈ ਕੁੜੀ ਨੇ ਇੱਕ ਵਧੀਆ ਜਾਣੀ ਕਿ ਆਪਣਾ ਜੀਵਨ ਬਣਾਇਆ ਹੈ। ਸੋ ਮੈਂ ਅੱਗੇ ਵੀ ਇਹੀ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਕਰਦਾ ਤੁਸੀਂ ਸਿੱਖੀ ਸਰੂਪ ਦੇ ਵਿੱਚ ਆਓ। ਜੋ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਬਾਣਾ ਸਤਿਕਾਰ ਬਖਸ਼ਿਆ ਹੈ, ਆਪਾਂ ਉਸ ਦੀ ਇੱਜ਼ਤ ਕਰੀਏ, ਰੋਮ ਰੋਮ ਨਾ ਕਟਵਾਈਏ। ਵੀਰਾਂ ਨੂੰ ਅਤੇ ਭਰਾਵਾਂ ਨੂੰ ਇਹੀ ਮੇਰੀ ਗੁਜ਼ਾਰਿਸ਼ ਹੈ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਪੰਗਤੀਆਂ ਨਾਲ ਸ਼ਿੰਗਾਰਿਆ ਹੈ। ਅਸੀਂ ਤਹਿ ਦਿਲੋਂ ਲੁਧਿਆਣਾ ਟੀਮ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਸਾਨੂੰ ਇੱਕ ਸਾਡੀ ਸੋਚ ਨੂੰ ਅੱਗੇ ਲੈ ਕੇ ਆਂਦਾ, ਸਾਡੀ ਵਿਚਾਰ ਨੂੰ ਅੱਗੇ ਰੱਖਿਆ ਤੁਹਾਡੇ ਅੱਗੇ। ਹੋ ਸਕਦਾ ਮੇਰੀ ਭੈਣ ਦਾ ਜੀਵਨ ਦੇਖ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਸੁਧਾਰ ਆ ਜਾਣਗੇ ਮੈਨੂੰ ਨਹੀਂ ਸੀ ਪਤਾ। ਜਦ ਮੈਂ ਵੀ ਸਿੱਖੀ ਸਰੂਪ ਦੇ ਵਿੱਚ ਆਇਆ ਤਾਂ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਬੜਾ ਕਹਿਣਾ ਵੀ ਤਨਵੀਰ ਤੂੰ ਇੱਦਾਂ ਕਿਵੇਂ ਚੇਂਜ ਆ ਗਿਆ ਤੇਰੇ ਵਿੱਚ, ਇਹ ਕਿੱਦਾਂ, ਇਹ ਮੈਂ ਇੰਪੋਸੀਬਲ ਆ, ਮੈਨੂੰ ਸਮਝ ਨਹੀਂ ਲੱਗੀ। ਅਤੇ ਮੈਂ ਵੀ ਸਮਝਾਉਣਾ ਕਰਨਾ ਕੀਤਾ ਉਹਨਾਂ ਨੂੰ ਵੀ ਇਹ ਤਾਂ ਜਦੋਂ ਆਪਾਂ ਇਸ ਸਰੂਪ ਦੇ ਵਿੱਚ ਬਾਣੇ ਚਾਹਾਂਗੇ ਜੋ ਆਨੰਦ ਸਤਿਕਾਰ ਜੋ ਸਾਨੂੰ ਮਿਲਦਾ ਹੈ ਇਹ ਲੱਖੀ ਕਰੋੜੀ ਚਾਹੇ ਆਪਣੇ ਕੋਲੇ ਹੋਵੇ ਇੱਕ ਪਾਸੇ ਰੱਖ ਦਿਓ। ਅਤੇ ਜੋ ਮਾਣ ਸਨਮਾਨ ਚਾਹੇ ਖਾਲੀ ਜੇਬਾਂ ਵਿੱਚ ਚਲੇ ਜਾਓ, ਗੁਰੂ ਸਾਹਿਬ ਨੇ ਆਪਣੀਆਂ ਚੜ੍ਹਦੀਆਂ ਕਲਾਂ ਹੀ ਬਖਸ਼ੀਆਂ ਨੇ, ਚੜ੍ਹਦੀਆਂ ਕਲਾਂ ਹੀ ਰੱਖੀਆਂ ਹਮੇਸ਼ਾ। ਅਤੇ ਮੈਂ ਆਪਣੇ ਇਹ ਸਿੱਖੀ ਸਰੂਪ ਵਾਲੇ ਬਾਣੇ ਨੂੰ ਬਹੁਤ ਸਤਿਕਾਰ ਕਰਦਾ ਹਾਂ। ਅਤੇ ਬਾਕੀ ਮੈਂ ਸਾਰਿਆਂ ਨਾਲ ਇਹੀ ਗੁਜ਼ਾਰਿਸ਼ ਕਰਦਾ ਤੁਸੀਂ ਵੀ ਇਸ ਰਸਤੇ ਨੂੰ ਅਪਣਾਓ
ਅਤੇ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਬਾਣਾ ਬਖਸ਼ਿਆ ਹੈ ਉਹਦਾ ਸਤਿਕਾਰ ਕਰੋ। ਸੋ ਮੈਂ ਬਹੁਤਾ ਕੁਝ ਕਹਿੰਦਾ ਹੋਇਆ ਸ਼ਮਾ ਦਾ ਜੱਜਗਾ, ਜਾਣੇ ਅਣਜਾਣ ਦੇ ਵਿੱਚ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।